हाँ जी, बहुत बहुत स्वागत है ਤੁਹਾਡਾ ਸਭ ਦਾ ਅੱਜ ਦੀ ਕਲਾਸ ਦੇ ਵਿੱਚ। ਅੱਜ ਦਾ ਆਪਣਾ ਟੌਪਿਕ ਹੈਗਾ ਭਾਰਤ ਦਾ 200 ਈਸਵੀ ਪੂਰਵ ਤੋਂ 300 ਈਸਵੀ ਤੱਕ ਦਾ ਸਮਾਂ, ਜਿਹਨੂੰ ਆਪਾਂ ਉੱਤਰ ਮੌਰੀਆ ਕਾਲ ਕਹਿ ਸਕਦੇ ਹਾਂ। ਅੱਜ ਆਪਾਂ ਪੜ੍ਹਨਾ ਕਿ ਭਾਰਤ ਦੇ ਹਾਲਾਤ ਸੀ ਜਿਹੜੇ ਉਹ ਕਿਸ ਤਰ੍ਹਾਂ ਦੇ ਸੀ ਇਸ ਸਮੇਂ ਦੇ ਵਿੱਚ, ਪਿੰਡਾਂ ਤੇ ਨਗਰਾਂ ਦਾ ਜੀਵਨ ਕਿਵੇਂ ਦਾ ਸੀ, ਕੀ ਪਰਿਵਰਤਨ ਆ ਰਹੇ ਸੀ ਤੇ ਕਿਹੜੇ ਤੀਰਥ ਯਾਤਰੀਆਂ ਨੇ ਭਾਰਤ ਦੀ ਯਾਤਰਾ ਕੀਤੀ ਤੇ ਉਹਨਾਂ ਦਾ ਮਕਸਦ ਕੀ ਸੀਗਾ ਯਾਤਰਾ ਕਰਨ ਦਾ। ਤੇ ਇਸ ਤੋਂ ਇਲਾਵਾ ਆਪਾਂ ਨੇ ਪੜ੍ਹਨਾ ਕਿ ਕਿਹੜੇ ਨਵੇਂ ਰਾਜ ਮੌਰੀਆ ਕਾਲ ਤੋਂ ਬਾਅਦ ਕਿਹੜੇ ਨਵੇਂ ਰਾਜ ਹੋਂਦ ਵਿੱਚ ਆਏ ਸੀ। ਉਹ ਸਾਰੀਆਂ ਚੀਜ਼ਾਂ ਆਪਾਂ ਨੇ ਪੜ੍ਹਨੀਆਂ ਨੇ। ਹਾਂਜੀ, ਉਪ ਮਹਾਦੀਪ ਵਿੱਚ ਲੋਹੇ ਦਾ ਪ੍ਰਯੋਗ ਲਗਭਗ 3000 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਦੱਖਣ ਅਤੇ ਦੱਖਣੀ ਭਾਰਤ ਵਿੱਚ ਇਸ ਦਾ ਪ੍ਰਯੋਗ 1200 ਈਸਵੀ ਪੂਰਵ ਵਿੱਚ ਸ਼ੁਰੂ ਹੋ ਗਿਆ ਸੀ। ਜੇ ਲਗਭਗ 1200 ਈਸਵੀ ਪੂਰਵ ਦੇ ਵਿੱਚ ਸ਼ੁਰੂ ਹੋਇਆ ਮੰਨਿਆ ਜਾਂਦਾ ਤਾਂ ਉਸ ਚੀਜ਼ ਨੂੰ 2000 ਦੇ ਅਕੋਰਡਿੰਗ ਜੇ ਆਪਾਂ ਦੇਖੀਏ ਤਾਂ 3000 ਸਾਲ ਪਹਿਲਾਂ ਦਾ ਸਮਾਂ ਮੰਨਿਆ ਜਾਂਦਾ। ਤੇ ਇਹ ਸਿਰਫ 1200 ਈਸਵੀ ਪੂਰਵ ਦੇ ਲਗਭਗ ਸਿਰਫ ਦੱਖਣ ਅਤੇ ਦੱਖਣੀ ਭਾਰਤ ਦੇ ਵਿੱਚ ਹੀ ਲੋਹੇ ਦਾ ਪ੍ਰਯੋਗ ਹੁੰਦਾ ਸੀ। 5ਵੇਂ ਚੈਪਟਰ ਦੇ ਵਿੱਚ ਆਪਾਂ ਪੜ੍ਹਿਆ ਸੀ ਇੱਕ ਟੌਪਿਕ ਮਹਾਪਾਸ਼ਾਣ ਕਾਲ। ਉਹਨੂੰ ਮਹਾਪਾਸ਼ਾਣ ਕਾਲ ਇਸ ਲਈ ਕਿਹਾ ਜਾਂਦਾ ਕਿਉਂਕਿ ਉਸ ਟਾਈਮ ਤੇ ਮਹਾਪਾਸ਼ਾਣ ਕਬਰਾਂ ਮਿਲਦੀਆਂ ਨੇ। ਮਹਾਪਾਸ਼ਾਣ ਮਤਲਬ ਵੱਡੇ ਪੱਥਰ ਦੀਆਂ ਕਬਰਾਂ ਮਿਲੀਆਂ ਨੇ ਤੇ ਉਹਨਾਂ ਕਬਰਾਂ ਦੇ ਵਿੱਚੋਂ ਕਾਫੀ ਸਾਰੇ ਲੋਹੇ ਦੇ ਔਜ਼ਾਰ ਮਿਲੇ ਨੇ, ਲੋਹੇ ਦੀਆਂ ਚੀਜ਼ਾਂ ਮਿਲੀਆਂ ਨੇ। ਇਸ ਤੋਂ ਇਤਿਹਾਸਕਾਰ ਅੰਦਾਜ਼ਾ ਲਗਾਉਂਦੇ ਨੇ ਕਿ ਦੱਖਣ ਅਤੇ ਦੱਖਣੀ ਭਾਰਤ ਦੇ ਵਿੱਚ ਇਸ ਦਾ ਪ੍ਰਯੋਗ ਸ਼ੁਰੂ ਹੋ ਗਿਆ ਸੀਗਾ 1200 ਈਸਵੀ ਪੂਰਵ ਦੇ ਵਿੱਚ, ਕਿਉਂਕਿ ਇਨ੍ਹਾਂ ਹਿੱਸਿਆਂ ਦੇ ਵਿੱਚ ਹੀ ਉਹ ਕਬਰਾਂ ਮਿਲੀਆਂ ਨੇ, ਮਹਾਪਾਸ਼ਾਣ ਕਬਰਾਂ। ਪੂਰੇ ਭਾਰਤ ਦੇ ਵਿੱਚ ਉਸ ਟਾਈਮ ਲੋਹੇ ਦਾ ਪ੍ਰਯੋਗ ਹਲੇ ਸ਼ੁਰੂ ਨਹੀਂ ਹੋਇਆ ਸੀਗਾ। ਮਹਾਪਾਸ਼ਾਣ ਵਾਲਾ ਜਿਹੜਾ ਟੌਪਿਕ ਆ ਉਹ ਆਪਾਂ 5ਵੇਂ ਚੈਪਟਰ ਦੇ ਵਿੱਚ ਪੜ੍ਹ ਚੁੱਕੇ ਹਾਂ, ਇਸ ਲਈ ਆਪਾਂ ਰਿਪੀਟ ਨਹੀਂ ਕਰਾਂਗੇ ਉਸ ਟੌਪਿਕ ਨੂੰ। ਜੇ ਆਪਾਂ ਪੂਰੇ ਦੇਸ਼ ਦੀ ਗੱਲ ਕਰੀਏ ਤਾਂ 200 ਈਸਵੀ ਪੂਰਵ ਦੇ ਵਿੱਚ ਲੋਹੇ ਦਾ ਪ੍ਰਯੋਗ ਸਾਰੇ ਭਾਰਤ ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਤੇ ਲੋਹੇ ਦੀ ਖੋਜ ਭਾਰਤੀ ਸੱਭਿਅਤਾ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਕੜੀ ਮੰਨੀ ਜਾਂਦੀ ਹੈ, ਕਿਉਂਕਿ ਲੋਹਾ ਇੱਕ ਕਾਫੀ ਜ਼ਿਆਦਾ ਮਜ਼ਬੂਤ ਧਾਤੂ ਹੁੰਦੀ ਹੈ, ਇਸ ਲਈ ਲੋਕਾਂ ਦੇ ਵਿੱਚ ਲੋਕਪ੍ਰਿਯ ਹੋ ਗਿਆ ਸੀ ਤੇ ਲੋਕਾਂ ਨੇ ਇਸ ਦੇ ਔਜ਼ਾਰ, ਹਥਿਆਰ ਅਤੇ ਬਰਤਨ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ। ਅੱਜ ਕੱਲ੍ਹ ਤਾਂ ਲੋਹੇ ਦਾ ਪ੍ਰਯੋਗ ਆਮ ਹੀ ਆ, ਪਰ ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਭਾਰਤ ਦੇ ਵਿੱਚ ਇਹ ਦੱਖਣ ਅਤੇ ਦੱਖਣੀ ਭਾਰਤ ਦੇ ਵਿੱਚ ਸ਼ੁਰੂ ਹੋਇਆ ਸੀ 1200 ਈਸਵੀ ਪੂਰਵ ਦੇ ਲਗਭਗ ਮੰਨਿਆ ਜਾਂਦਾ ਤੇ ਪੂਰੇ ਦੇਸ਼ ਵਿੱਚ ਲੋਹੇ ਦਾ ਪ੍ਰਯੋਗ ਸੀ ਜਿਹੜਾ ਉਹ 200 ਈਸਵੀ ਪੂਰਵ ਵਿੱਚ ਸ਼ੁਰੂ ਹੋਇਆ ਸੀ। ਹਾਂਜੀ, ਅੱਗੇ ਆਪਾਂ ਦੇਖ ਲੈਂਦੇ ਹਾਂ ਕਿ ਪਿੰਡਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਇਸ ਸਮੇਂ ਦੇ ਵਿੱਚ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਲੋਕ ਆਪਣੇ ਕਿੱਤੇ ਅਤੇ ਹੁਨਰਾਂ ਤੇ ਟੈਕਸ ਦਿੰਦੇ ਸੀ। ਭਾਰਤ ਦੇ ਦੱਖਣੀ ਅਤੇ ਉੱਤਰੀ ਹਿੱਸੇ ਦੇ ਜ਼ਿਆਦਾਤਰ ਪਿੰਡਾਂ ਵਿੱਚ 3 ਤਰ੍ਹਾਂ ਦੇ ਲੋਕ ਰਹਿੰਦੇ ਸੀ। ਤਮਿਲ ਖੇਤਰ ਦੀ ਜੇ ਆਪਾਂ ਗੱਲ ਕਰੀਏ ਤਾਂ ਤਮਿਲ ਦੇ ਵਿੱਚ ਵੱਡੇ ਭੂਮੀ ਮਾਲਕਾਂ ਨੂੰ ਵੇਲੱਲਾ, ਸਧਾਰਨ ਹਲਵਾਇਆਂ ਨੂੰ ਉਣਵਾਰ ਕਹਿੰਦੇ ਸੀ। ਭੂਮੀਹੀਣ ਮਜ਼ਦੂਰਾਂ ਨੂੰ ਕਹਿੰਦੇ ਸੀ ਦਾਸ, ਕੜੈਸੀਆਂ ਅਤੇ ਆਦਮੀ। ਜਿਨ੍ਹਾਂ ਕੋਲੇ ਭੂਮੀ ਨਹੀਂ ਹੁੰਦੀ ਸੀ ਉਹਨਾਂ ਨੂੰ ਦਾਸ ਕਿਹਾ ਜਾਂਦਾ ਸੀ, ਆਦਮੀ ਕਿਹਾ ਜਾਂਦਾ ਸੀ। ਦੇਸ਼ ਦੇ ਉੱਤਰੀ ਹਿੱਸੇ ਵਿੱਚ ਪਿੰਡ ਦਾ ਪ੍ਰਧਾਨ ਗ੍ਰਾਮ ਭੋਜਕ ਕਹਾਉਂਦਾ ਸੀ। ਇਹ ਜਿਹੜਾ ਗ੍ਰਾਮ ਭੋਜਕ ਦਾ ਅਹੁਦਾ ਸੀ ਉਹ ਜੱਦੀ ਹੁੰਦਾ ਸੀ। ਪਿੰਡ ਦੇ ਸਭ ਤੋਂ ਵੱਡੇ ਭੂ ਸਵਾਮੀ ਨੂੰ ਗ੍ਰਾਮ ਭੋਜਕ ਬਣਾਇਆ ਜਾਂਦਾ ਸੀ। ਜਿਹਦੇ ਕੋਲੇ ਬਹੁਤ ਹੀ ਜ਼ਿਆਦਾ ਭੂਮੀ ਹੁੰਦੀ ਸੀ ਉਹਨੂੰ ਗ੍ਰਾਮ ਭੋਜਕ ਬਣਾ ਦਿੱਤਾ ਜਾਂਦਾ ਸੀ। ਰਾਜੇ ਕਰ ਵਸੂਲਣ ਦਾ ਕੰਮ ਗ੍ਰਾਮ ਭੋਜਕਾਂ ਨੂੰ ਸੌਂਪ ਦਿੰਦੇ ਸੀ ਤੇ ਗ੍ਰਾਮ ਭੋਜਕ ਨਿਆਂਧੀਸ਼ ਅਤੇ ਕਦੇ-ਕਦੇ ਪੁਲਿਸ ਦਾ ਕੰਮ ਵੀ ਕਰਦੇ ਸੀ। ਤੇ ਜਿਹੜੇ ਕਿਸਾਨ ਹੁੰਦੇ ਸੀ ਉਹਨਾਂ ਨੂੰ ਗ੍ਰਹਿਪਤੀ ਕਿਹਾ ਜਾਂਦਾ ਸੀ। ਇਹ ਕਿਸਾਨ ਜਿਹੜੇ ਹੁੰਦੇ ਸੀਗੇ ਉਹਨਾਂ ਕੋਲ ਛੋਟੇ ਕਿਸਾਨ ਹੁੰਦੇ ਸੀ, ਇਹਨਾਂ ਕੋਲ ਘੱਟ ਜ਼ਮੀਨ ਹੁੰਦੀ ਸੀ, ਜ਼ਿਆਦਾ ਜ਼ਮੀਨ ਨਹੀਂ ਹੁੰਦੀ ਸੀ ਇਹਨਾਂ ਕੋਲੇ। ਤੇ ਕੁਝ ਲੋਕਾਂ ਕੋਲ ਜ਼ਮੀਨ ਬਿਲਕੁਲ ਵੀ ਨਹੀਂ ਹੁੰਦੀ ਸੀ, ਉਹਨਾਂ ਨੂੰ ਦਾਸ ਕਿਹਾ ਜਾਂਦਾ ਸੀ। ਉਹ ਹੋ ਸਕਦਾ ਦੂਸਰੇ ਦੇ ਖੇਤਾਂ ਵਿੱਚ ਕੰਮ ਕਰਦੇ ਹੋਣਗੇ। ਪਿੰਡਾਂ ਵਿੱਚ ਲੁਹਾਰ, ਘੁਮਿਆਰ, ਬੁਣਕਰ ਵਰਗੇ ਕਈ ਸ਼ਿਲਪਕਾਰ ਵੀ ਰਹਿੰਦੇ ਸੀ। ਹਾਂਜੀ, ਅੱਗੇ ਆਪਾਂ ਪੜ੍ਹ ਲੈਂਦੇ ਹਾਂ ਪ੍ਰਾਚੀਨ ਤਮਿਲ ਰਚਨਾਵਾਂ ਬਾਰੇ। ਤਮਿਲ ਦੀਆਂ ਪ੍ਰਾਚੀਨ ਰਚਨਾਵਾਂ ਨੂੰ ਸੰਗਮ ਸਾਹਿਤ ਕਿਹਾ ਜਾਂਦਾ। ਮੋਸਟ ਇੰਪੋਰਟੈਂਟ ਕੁਐਸਚਨ। ਇਹਨਾਂ ਦੀ ਰਚਨਾ ਕਰੀਬ 2300 ਸਾਲ ਪਹਿਲਾਂ ਕੀਤੀ ਗਈ ਸੀ। ਇਹਨਾਂ ਨੂੰ ਸੰਗਮ ਸਾਹਿਤ ਇਸ ਲਈ ਕਿਹਾ ਜਾਂਦਾ ਕਿਉਂਕਿ ਮਧੁਰੇ ਦੇ ਕਵਿਤਾਵਾਂ ਦੇ ਸੰਮੇਲਨਾਂ ਵਿੱਚ ਇਹਨਾਂ ਦਾ ਸੰਕਲਨ ਕੀਤਾ ਜਾਂਦਾ ਸੀ। ਮਧੁਰੇ ਦੇ ਵਿੱਚ ਕਵਿਤਾਵਾਂ ਦੇ ਸੰਮੇਲਨ ਚੱਲਦੇ ਹੋਣਗੇ ਉਸ ਸਮੇਂ ਦੇ ਵਿੱਚ, ਉੱਥੇ ਇਹਨਾਂ ਦਾ ਸੰਕਲਨ ਕੀਤਾ ਜਾਂਦਾ ਸੀ। ਇਹਨਾਂ ਨੂੰ ਸੰਗਮ ਸਾਹਿਤ ਕਿਹਾ ਜਾਂਦਾ। ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਜਿਨ੍ਹਾਂ ਨਾਮਾਂ ਦਾ ਵਰਣਨ ਇੱਥੇ ਕੀਤਾ ਗਿਆ ਹੈ ਉਹ ਸੰਗਮ ਸਾਹਿਤ ਵਿੱਚ ਪਾਏ ਜਾਂਦੇ ਹਨ। ਹਾਂਜੀ, ਅੱਗੇ ਆਪਾਂ ਪੜ੍ਹ ਲੈਂਦੇ ਹਾਂ ਕਿ ਨਗਰਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ। ਜਾਤਕ ਕਹਾਣੀਆਂ ਆਮ ਲੋਕਾਂ ਵਿੱਚ ਪ੍ਰਚਲਿਤ ਸਨ। ਬੋਧੀ ਭਿਕਸ਼ੂਆਂ ਨੇ ਇਹਨਾਂ ਦਾ ਸੰਕਲਨ ਕੀਤਾ ਹੈ। ਮਹਾਤਮਾ ਬੁੱਧ ਵਾਲਾ ਜਦੋਂ ਆਪਾਂ ਟੌਪਿਕ ਪੜ੍ਹਿਆ ਸੀ ਉਸ 'ਚ ਵੀ ਦੇਖਿਆ ਸੀ ਆਪਾਂ ਨੇ ਕਿ ਜਾਤਕ ਕਹਾਣੀਆਂ ਜਿਹੜੀਆਂ ਹੈਗੀਆਂ ਨੇ ਉਹ ਬੁੱਧ ਧਰਮ ਦੇ ਨਾਲ ਸੰਬੰਧਿਤ ਨੇ।
ਅਨੇਕ ਸ਼ਹਿਰਾਂ ਵਿੱਚ ਵੱਲੇ ਕੂਪ ਮਿਲੇ ਹਨ। ਇਹ ਨਾਲੀਆਂ ਜਾਂ ਕੂੜੇਦਾਨ ਲਈ ਪ੍ਰਯੋਗ ਹੁੰਦੇ ਸੀ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੋਂ ਆਪਾਂ ਨੂੰ ਪ੍ਰਾਚੀਨ ਨਗਰਾਂ ਬਾਰੇ ਜਾਣਕਾਰੀ ਮਿਲਦੀ ਆ, ਜਿਵੇਂ ਕਿ ਪਿੰਡਾਂ ਦਾ, ਸ਼ਹਿਰਾਂ ਦਾ ਜਾਂ ਜੋ ਵੀ ਜੰਗਲੀ ਜੀਵਨ ਜਿਹੜਾ ਹੁੰਦਾ ਸੀ ਉਹਦੇ ਨਾਲ ਘਟਨਾਵਾਂ ਜਿਹੜੀਆਂ ਜੁੜੀਆਂ ਹੁੰਦੀਆਂ ਸੀ, ਉਸ ਟਾਈਮ ਮੂਰਤੀਕਾਰ ਉਹਨਾਂ ਨੂੰ ਕਲਾਤਮਿਕ ਢੰਗ ਨਾਲ ਉਕੇਰ ਦਿੰਦੇ ਹੁੰਦੇ ਸੀ ਤੇ ਉਹਨਾਂ ਨੂੰ ਨਾ ਮਤਲਬ ਇਮਾਰਤਾਂ ਦੀ ਰੇਲਿੰਗ, ਖੰਭਿਆਂ ਜਾਂ ਪ੍ਰਵੇਸ਼ ਦੁਆਰਾਂ ਉੱਪਰ ਸਜਾ ਦਿੱਤਾ ਜਾਂਦਾ ਸੀ, ਜਿੱਥੋਂ ਕਿ ਲੋਕ ਆਉਂਦੇ ਜਾਂਦੇ ਸੀ। ਉਹਨਾਂ ਤੋਂ ਵੀ ਮਤਲਬ ਉਹ ਸਰੋਤਾਂ ਤੋਂ ਵੀ ਆਪਾਂ ਨੂੰ ਪ੍ਰਾਚੀਨ ਨਗਰਾਂ ਬਾਰੇ, ਪਿੰਡਾਂ ਬਾਰੇ ਜਾਣਕਾਰੀ ਮਿਲਦੀ ਆ। ਪ੍ਰਾਚੀਨ ਸ਼ਹਿਰਾਂ ਦੇ ਬਾਰੇ ਵਿੱਚ ਨਾਵਿਕ ਅਤੇ ਯਾਤਰੀਆਂ ਦੇ ਵਿਵਰਣ ਦੁਆਰਾ ਵੀ ਸਾਨੂੰ ਪਤਾ ਲੱਗਦਾ। ਇੱਕ ਅਗਿਆਤ ਯੂਨਾਨੀ ਨਾਵਿਕ ਦੁਆਰਾ ਬੇਰੀਗਾਜ਼ਾ ਦਾ ਵਿਵਰਣ ਦਿੱਤਾ ਗਿਆ ਹੈ। ਬੇਰੀਗਾਜ਼ਾ ਭਰੂਚ ਦਾ ਯੂਨਾਨੀ ਨਾਮ ਆ। ਕਹਿੰਦੇ ਬੇਰੀਗਾਜ਼ਾ ਦੇ ਸੰਕਰੀ ਖਾੜੀ ਦੇ ਵਿੱਚ ਸਮੁੰਦਰ ਤੋਂ ਆਉਣ ਵਾਲੇ ਜਿਹੜੇ ਲੋਕ ਹੁੰਦੇ ਸੀ, ਨਾਵਕ ਹੁੰਦੇ ਸੀ, ਇੱਥੇ ਕਹਿੰਦੇ ਨਾਉ ਲਿਆਉਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੁੰਦਾ ਸੀ। ਰਾਜਾ ਜਿਨ੍ਹਾਂ ਨੂੰ ਨਿਯੁਕਤ ਕਰਦਾ ਸੀ ਇੱਕ ਕੁਸ਼ਲ ਤੇ ਅਨੁਭਵੀ ਵਿਅਕਤੀ ਜਾਂ ਮਛਵਾਰੇ ਜਿਹੜੇ ਹੁੰਦੇ ਸੀਗੇ, ਉਹੀ ਇੱਥੇ ਜਹਾਜ਼ ਲਿਆ ਸਕਦੇ ਸੀ। ਤੇ ਬੇਰੀਗਾਜ਼ਾ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਆਯਾਤ ਜਾਂ ਨਿਰਯਾਤ ਕੀਤਾ ਜਾਂਦਾ ਸੀ, ਉਹ ਸਾਰਾ ਕੁਛ ਇਸ ਅਗਿਆਤ ਯੂਨਾਨੀ ਨਾਵਕ ਦੁਆਰਾ ਉਹਨਾਂ ਚੀਜ਼ਾਂ ਦਾ ਵਰਣਨ ਕੀਤਾ ਗਿਆ ਗਾ। ਤੇ ਰਾਜੇ ਲਈ ਵਪਾਰੀ ਲੋਕ ਜਿਹੜੇ ਹੁੰਦੇ ਸੀ ਉਹ ਉਪਹਾਰ ਲੈ ਕੇ ਆਉਂਦੇ ਸੀ। ਕਾਫੀ ਸਾਰੀਆਂ ਚੀਜ਼ਾਂ ਮਤਲਬ ਇਹਨਾਂ ਨੇ ਲਿਖੀਆਂ ਹੋਈਆਂ ਨੇਗੀਆਂ। ਮਥੁਰਾ 2500 ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਇੱਕ ਮਹੱਤਵਪੂਰਨ ਨਗਰ ਰਿਹਾ ਹੈ। ਇਹ ਆਵਾਜਾਈ ਅਤੇ ਵਪਾਰ ਦੇ ਦੋ ਮਹੱਤਵਪੂਰਨ ਰਸਤਿਆਂ ਉੱਪਰ ਸਥਿਤ ਸੀ। ਇਹਦਾ ਇੱਕ ਰਸਤਾ ਉੱਤਰ ਪੱਛਮ ਤੋਂ ਪੂਰਬ ਵੱਲ ਤੇ ਦੂਸਰਾ ਉੱਤਰ ਤੋਂ ਦੱਖਣ ਵੱਲ ਜਾਣ ਵਾਲਾ ਸੀ। ਸ਼ਹਿਰ ਦੇ ਚਾਰੇ ਪਾਸੇ ਕਿਲੇਬੰਦੀ ਕੀਤੀ ਗਈ ਸੀ। ਬਹੁਤ ਸਾਰੇ ਮੰਦਿਰ ਵੀ ਹੈਗੇ ਸੀ ਇੱਥੇ। ਲਗਭਗ 2000 ਸਾਲ ਪਹਿਲਾਂ ਮਥੁਰਾ ਕੁਸ਼ਾਣਾ ਦੀ ਰਾਜਧਾਨੀ ਬਣੀ। ਮਥੁਰਾ ਇੱਕ ਧਾਰਮਿਕ ਕੇਂਦਰ ਵੀ ਰਿਹਾ। ਇੱਥੇ ਬੌਧ ਵਿਹਾਰ ਅਤੇ ਜੈਨ ਮੰਦਿਰ ਵੀ ਹਨ। ਇਹ ਕ੍ਰਿਸ਼ਨ ਭਗਤੀ ਦਾ ਇੱਕ ਮਹੱਤਵਪੂਰਨ ਕੇਂਦਰ ਸੀ। ਇੱਥੇ ਬਹੁਤ ਸਾਰੇ ਅਭਿਲੇਖ ਮਿਲੇ ਹਨ ਜੋ ਕਿ ਦਾਨ ਕਰਨ ਨਾਲ ਸੰਬੰਧਿਤ ਹਨ। ਤੇ ਇਹ ਜਿਹੜਾ ਦਾਨ ਸੀਗਾ ਉਹ ਮੱਠਾਂ ਜਾਂ ਮੰਦਿਰਾਂ ਦੇ ਵਿੱਚ ਦਾਨ ਦਿੱਤਾ ਜਾਂਦਾ ਸੀ। ਅਭਿਲੇਖਾਂ ਦੇ ਵਿੱਚੋਂ ਉਸ ਚੀਜ਼ ਦਾ ਉਲੇਖ ਕੀਤਾ ਗਿਆ। ਸ਼ਹਿਰ ਦੇ ਰਾਜੇ, ਰਾਣੀਆਂ, ਅਧਿਕਾਰੀ, ਵਪਾਰੀ, ਸ਼ਿਲਪਕਾਰ, ਇਹ ਸਾਰੇ ਲੋਕ ਦਾਨ ਕਰਦੇ ਸੀਗੇ ਤੇ ਅਭਿਲੇਖਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਉਲੇਖ ਮਿਲਦਾ। ਹਾਂਜੀ, ਅੱਗੇ ਹੈਗਾ ਸ਼ਿਲਪਕਾਰ। ਪੁਰਸਥਲਾਂ ਤੋਂ ਸ਼ਿਲਪ ਦੇ ਨਮੂਨੇ ਮਿਲੇ ਹਨ। ਹੋ ਸਕਦਾ ਕੁਝ ਸ਼ਿਲਪ ਦੇ ਅਵਸ਼ੇਸ਼ ਨੇ ਜਿਹੜੇ ਉਹ ਨਸ਼ਟ ਹੋ ਗਏ ਹੋਣ, ਪਰ ਕੁਝ ਚੀਜ਼ਾਂ ਹੁੰਦੀਆਂ ਨੇਗੀਆਂ ਜਿਹੜੀਆਂ ਸਮੇਂ ਦੇ ਨਾਲ ਪੂਰੀ ਤਰ੍ਹਾਂ ਨਸ਼ਟ ਨਹੀਂ ਹੁੰਦੀਆਂ। ਉਹਨਾਂ ਤੋਂ ਪ੍ਰਾਚੀਨ ਇਤਿਹਾਸ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਆ। ਮਿੱਟੀ ਦੇ ਸੁੰਦਰ ਬਰਤਨ ਮਿਲੇ ਹਨ ਜਿਨ੍ਹਾਂ ਨੂੰ ਉੱਤਰੀ ਕਾਲੇ ਚਮਕੀਲੇ ਪਾਤਰ ਕਿਹਾ ਜਾਂਦਾ ਹੈ। ਕੱਪੜੇ ਦਾ ਉਤਪਾਦਨ ਉਸ ਟਾਈਮ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸੀ। ਉੱਤਰ ਵਿੱਚ ਵਾਰਾਣਸੀ ਅਤੇ ਦੱਖਣ ਵਿੱਚ ਮਦੁਰੈ ਮਹੱਤਵਪੂਰਨ ਕੇਂਦਰ ਸਨ ਕੱਪੜੇ ਦੇ। ਅਨੇਕ ਸ਼ਿਲਪਕਾਰ ਅਤੇ ਵਪਾਰੀ ਆਪਣੇ ਸੰਘ ਬਣਾਉਣ ਲੱਗੇ ਜਿਨ੍ਹਾਂ ਨੂੰ ਸ਼੍ਰੇਣੀ ਕਿਹਾ ਜਾਂਦਾ ਸੀ। ਸ਼੍ਰੇਣੀਆਂ ਬੈਂਕਾਂ ਦੇ ਰੂਪ ਵਿੱਚ ਕੰਮ ਕਰਦੀਆਂ ਸਨ ਜਿੱਥੇ ਲੋਕ ਪੈਸੇ ਜਮ੍ਹਾਂ ਰੱਖਦੇ ਸੀ। ਅੱਗੇ ਹੈਗਾ ਅਰੇਕਾਮੇਡੂ, ਜਿਹਨੂੰ ਕਿ ਹੁਣ ਪੂਡੂਚੇਰੀ ਕਿਹਾ ਜਾਂਦਾ। ਲਗਭਗ 2200 ਤੋਂ 1900 ਸਾਲ ਪਹਿਲਾਂ ਅਰੇਕਾਮੇਡੂ ਇੱਕ ਪੱਤਣ ਸੀ। ਦੂਰ ਦੂਰ ਤੋਂ ਜਹਾਜ਼ਾਂ ਤੋਂ ਆਇਆ ਸਮਾਨ ਇੱਥੇ ਉਤਾਰਿਆ ਜਾਂਦਾ ਸੀ। ਇੱਥੇ ਇੱਟਾਂ ਦਾ ਬਣਿਆ ਹੋਇਆ ਇੱਕ ਢਾਂਚਾ ਮਿਲਿਆ ਜੋ ਕਿ ਸੰਭਵਤ ਇੱਕ ਗੁਦਾਮ ਰਿਹਾ ਹੋਵੇ, ਤੇ ਆਪਾਂ ਕਹਿ ਸਕਦੇ ਹਾਂ ਇੱਥੋਂ ਇੱਕ ਗੁਦਾਮ ਵੀ ਮਿਲਿਆ। ਇੱਥੇ ਭੂ-ਮੱਧ ਸਾਗਰੀ ਖੇਤਰ ਦੀ ਇੰਫੋਰਾ ਵਰਗੇ ਪਾਤਰ ਮਿਲੇ ਹਨ। ਇੱਥੇ ਏਰੇਟਾਈਨ ਵਰਗੇ ਮੋਹਰ ਲੱਗੇ ਲਾਲ ਚਮਕਦਾਰ ਬਰਤਨ ਵੀ ਮਿਲੇ ਨੇ। ਇਟਲੀ ਦੇ ਇੱਕ ਸ਼ਹਿਰ ਦੇ ਨਾਮ ਉੱਪਰ ਇਹਨਾਂ ਨੂੰ ਏਰੇਟਾਈਨ ਪਾਤਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਰੋਮਨ ਲੈਂਪ, ਸ਼ੀਸ਼ੇ ਦੇ ਬਰਤਨ ਅਤੇ ਰਤਨ ਵੀ ਮਿਲੇ ਨੇਗੇ ਅਰੇਕਾਮੇਡੂ ਤੋਂ। ਅਭਿਲੇਖ ਅਤੇ ਮਿੱਟੀ ਦੇ ਬਰਤਨ ਮਿਲੇ ਹਨ। ਇਹਨਾਂ ਨੂੰ ਤਮਿਲ ਬ੍ਰਹਮੀ ਲਿਪੀ ਆਖਿਆ ਜਾਂਦਾ ਹੈ ਕਿਉਂਕਿ ਤਮਿਲ ਭਾਸ਼ਾ ਲਈ ਪਹਿਲਾਂ ਬ੍ਰਹਮੀ ਲਿਪੀ ਦਾ ਪ੍ਰਯੋਗ ਕੀਤਾ ਜਾਂਦਾ ਸੀ, ਇਸ ਲਈ ਇਹਨਾਂ ਨੂੰ ਤਮਿਲ ਬ੍ਰਹਮੀ ਅਭਿਲੇਖ ਕਿਹਾ ਜਾਂਦਾ। ਛੋਟੇ ਛੋਟੇ ਕੁੰਡ ਵੀ ਮਿਲੇ ਨੇ ਅਰੇਕਾਮੇਡੂ ਤੋਂ ਜੋ ਕਿ ਸੰਭਵਤ ਕੱਪੜੇ ਦੀ ਰੰਗਾਈ ਦੇ ਪਾਤਰ ਰਹੇ ਹੋਣ। ਅੱਗੇ ਆਪਾਂ ਪੜ੍ਹ ਲੈਂਦੇ ਹਾਂ ਸਿੱਕਿਆਂ ਬਾਰੇ। ਪੁਰਾਤੱਤਵ ਵਿਗਿਆਨੀਆਂ ਨੂੰ ਇਸ ਯੁੱਗ ਦੇ ਹਜ਼ਾਰਾਂ ਸਿੱਕੇ ਮਿਲੇ ਹਨ। ਸਭ ਤੋਂ ਪੁਰਾਣੇ ਆਹਤ ਸਿੱਕੇ ਸਨ ਜੋ ਕਰੀਬ 500 ਸਾਲ ਚੱਲੇ। ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਆਹਤ ਸਿੱਕਿਆਂ ਬਾਰੇ। ਸੋਨੇ ਅਤੇ ਚਾਂਦੀ ਦੇ ਸਿੱਕਿਆਂ ਉੱਪਰ ਵਿਭਿੰਨ ਆਕਿਰਤੀਆਂ ਨੂੰ ਆਹਤ ਕਰਕੇ ਬਣਾਏ ਜਾਣ ਦੇ ਕਾਰਨ ਇਹਨਾਂ ਨੂੰ ਆਹਤ ਸਿੱਕੇ ਕਿਹਾ ਜਾਂਦਾ। ਕੁਝ ਆਕਿਰਤੀਆਂ ਇਹਨਾਂ ਉੱਪਰ ਉਕੇਰੀਆਂ ਜਾਂਦੀਆਂ ਹੋਣਗੀਆਂ, ਇਸ ਲਈ ਇਹਨਾਂ ਨੂੰ ਕਿਹਾ ਜਾਂਦਾ ਆਹਤ ਸਿੱਕੇ। ਅੱਗੇ ਹੈਗਾ ਆਪਣਾ ਟੌਪਿਕ ਵਪਾਰ ਅਤੇ ਵਪਾਰੀ। ਦੱਖਣੀ ਭਾਰਤ ਸੋਨਾ, ਮਸਾਲੇ, ਖਾਸ ਤੌਰ 'ਤੇ ਕਾਲੀ ਮਿਰਚ ਅਤੇ ਕੀਮਤੀ ਪੱਥਰਾਂ ਦੇ ਲਈ ਬਹੁਤ ਹੀ ਜ਼ਿਆਦਾ ਪ੍ਰਸਿੱਧ ਸੀ। ਰੋਮਨ ਸਾਮਰਾਜ ਵਿੱਚ ਕਾਲੀ ਮਿਰਚ ਨੂੰ ਕਾਲਾ ਸੋਨਾ ਕਿਹਾ ਜਾਂਦਾ ਸੀ।
ਦੱਖਣ ਭਾਰਤ ਵਿੱਚ ਰੋਮਨ ਸੋਨੇ ਦੇ ਸਿੱਕੇ ਮਿਲੇ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਸ ਸਮੇਂ ਰੋਮ ਨਾਲ ਵਪਾਰ ਚੱਲ ਰਿਹਾ ਸੀ, ਬਹੁਤ ਹੀ ਚੰਗਾ ਵਪਾਰ ਚੱਲ ਰਿਹਾ ਹੋਣਾ ਭਾਰਤ ਦਾ। ਸਿੱਕਿਆਂ ਤੋਂ ਆਪਾਂ ਨੂੰ ਪਤਾ ਲੱਗਦਾ, ਰੋਮਨ ਸਿੱਕਿਆਂ ਤੋਂ। ਨਦੀਆਂ ਦੇ ਮੈਦਾਨੀ ਇਲਾਕੇ ਵਿੱਚ ਕਾਵੇਰੀ ਦਾ ਮੈਦਾਨ ਸੀ ਜੋ ਸਭ ਤੋਂ ਵੱਧ ਉਪਜਾਊ ਸੀ। ਮੈਦਾਨੀ ਅਤੇ ਤੱਟੀ ਇਲਾਕਿਆਂ ਵਿੱਚ ਸਰਦਾਰਾਂ ਅਤੇ ਰਾਜਿਆਂ ਕੋਲ ਕਾਫੀ ਸੰਪत्ति ਅਤੇ ਸ਼ਕਤੀ ਹੋ ਗਈ ਸੀ। ਸੰਗਮ ਕਵਿਤਾਵਾਂ ਵਿੱਚ ਮੂਵੇਂਦਾਰ ਦੀ ਚਰਚਾ ਮਿਲਦੀ ਹੈ। ਇਹ ਇੱਕ ਤਮਿਲ ਸ਼ਬਦ ਹੈ ਜਿਸ ਦਾ ਅਰਥ ਹੈ ਤਿੰਨ ਮੁਖੀਆ, ਮੋਸਟ ਇੰਪੋਰਟੈਂਟ। ਇਸ ਦਾ ਪ੍ਰਯੋਗ ਤਿੰਨ ਸ਼ਾਸਕ ਪਰਿਵਾਰਾਂ ਦੇ ਮੁਖੀਆਂ ਦੇ ਲਈ ਕੀਤਾ ਜਾਂਦਾ ਸੀ। ਇਹ ਹਨ ਚੋਲ, ਚੇਰ, ਪਾਂਡਿਆ, ਜਿਹੜੇ ਕਿ 2300 ਸਾਲ ਪਹਿਲਾਂ ਦੱਖਣ ਭਾਰਤ ਵਿੱਚ ਕਾਫੀ ਸ਼ਕਤੀਸ਼ਾਲੀ ਮੰਨੇ ਜਾਂਦੇ ਸਨ। ਮੋਸਟ ਇੰਪੋਰਟੈਂਟ ਆ। ਚੋਲਾਂ ਦਾ ਪੱਤਨ ਕਾਵੇਰੀ ਪਟਨਮ ਪਾਂਡਿਆਂ ਦੀ ਰਾਜਧਾਨੀ ਸੀ। ਚੋਲਾਂ ਦਾ ਪੱਤਨ ਕਾਵੇਰੀ ਪਟਨਮ ਤੇ ਪਾਂਡਿਆਂ ਦੀ ਰਾਜਧਾਨੀ ਮਦੁਰੈ ਕਾਫੀ ਮਹੱਤਵਪੂਰਨ ਕੇਂਦਰ ਸੀਗੇ ਉਸ ਟਾਈਮ ਦੇ ਵਿੱਚ। ਅੱਗੇ ਆਪਾਂ ਪੜ੍ਹ ਲੈਣੇ ਦੱਖਣ ਬਾਰੇ। ਵਿੰਧਿਆਚਲ ਪਰਬਤ ਅਤੇ ਨਰਮਦਾ ਨਦੀ ਦੇ ਦੱਖਣੀ ਇਲਾਕੇ ਨੂੰ ਦੱਖਣ ਕਿਹਾ ਜਾਂਦਾ ਹੈ। ਪ੍ਰਾਚੀਨ ਭਾਰਤ ਵਿੱਚ ਇਸ ਨੂੰ ਦਕਸ਼ਣਾ ਪਥ ਕਿਹਾ ਜਾਂਦਾ ਸੀ, ਦੱਖਣ ਵੱਲ ਜਾਣ ਦਾ ਰਸਤਾ। ਦੱਖਣ ਵਿੱਚ ਮੌਰੀਆ ਦੇ ਪ੍ਰਸਿੱਧ ਸ਼ਾਸਕ ਸਾਤਵਾਹਨ ਸਨ, ਜਿਨ੍ਹਾਂ ਨੇ ਲਗਭਗ 300 ਸਾਲ ਰਾਜ ਕੀਤਾ ਸੀ। ਇਹਨਾਂ ਨੇ ਪਹਿਲੀ ਸਦੀ ਈਸਵੀ ਪੂਰਵ ਤੋਂ 220 ਈਸਵੀ ਪੂਰਵ ਤੱਕ ਰਾਜ ਕੀਤਾ ਸੀ ਸਾਤਵਾਹਨਾਂ ਨੇ। ਹਾਂਜੀ, ਅੱਗੇ ਆਪਾਂ ਪੜ੍ਹ ਲੈਂਦੇ ਸਾਤਵਾਹਨ ਵੰਸ਼ ਬਾਰੇ ਡਿਟੇਲ ਦੇ ਵਿੱਚ। ਸਿਮੁਕ ਨੇ ਸਾਤਵਾਹਨ ਵੰਸ਼ ਦੀ ਨੀਂਹ ਰੱਖੀ ਸੀ। ਗੌਤਮੀ ਪੁੱਤਰ ਸ਼ਾਤਕਰਨੀ ਇੱਕ ਮਹਾਨ ਸਾਤਵਾਹਨ ਸ਼ਾਸਕ ਸੀ, ਮੋਸਟ ਇੰਪੋਰਟੈਂਟ। ਇਸ ਦੇ ਬਾਰੇ ਵਿੱਚ ਜਾਣਕਾਰੀ ਉਸਦੀ ਮਾਂ ਗੌਤਮੀ ਬਲਸ਼ਰੀ ਦੇ ਇੱਕ ਅਭਿਲੇਖ ਤੋਂ ਮਿਲਦੀ ਹੈ। 106 ਈਸਵੀ ਤੋਂ 130 ਈਸਵੀ ਤੱਕ ਗੌਤਮੀ ਪੁੱਤਰ ਸ਼ਾਤਕਰਨੀ ਨੇ ਰਾਜ ਕੀਤਾ। ਉੱਤਰਾਧਿਕਾਰੀ ਹੈਗਾ ਸੀ ਵਸ਼ਿਸ਼ਠੀ ਪੁੱਤਰ ਪੁਲੁਮਾਮ, ਜਿਹਨੇ ਕਿ 130 ਤੋਂ 154 ਈਸਵੀ ਤੱਕ ਰਾਜ ਕੀਤਾ ਸੀ। ਰਾਜਧਾਨੀ ਔਰੰਗਾਬਾਦ ਜ਼ਿਲ੍ਹੇ ਦੇ ਪ੍ਰਤਿਸ਼ਠਾਨ ਨਾਮਕ ਸਥਾਨ ਨੂੰ ਬਣਾਇਆ ਸੀ। ਅੰਤਿਮ ਮਹਾਨ ਸ਼ਾਸਕ ਹੈਗਾ ਸੀ ਇਹਨਾਂ ਦਾ ਯੱਗ ਸ਼੍ਰੀ ਸ਼ਾਤਕਰਨੀ। ਤੇ ਸਾਤਵਾਹਨਾਂ ਨੇ ਵਪਾਰ ਨੂੰ ਪ੍ਰਫੁੱਲਿਤ ਕੀਤਾ ਤੇ ਮਲਾਇਆ ਵਿੱਚ ਜਹਾਜ਼ੀ ਮੁਹਿੰਮਾਂ ਭੇਜੀਆਂ। 220 ਈਸਵੀ ਵਿੱਚ ਸਾਤਵਾਹਨ ਰਾਜ ਸੀ ਜਿਹੜਾ ਉਸਦਾ ਅੰਤ ਹੋ ਗਿਆ ਸੀ। ਸ਼ਾਸਨ ਪ੍ਰਬੰਧ ਦੇਖ ਲੈਂਦੇ ਹਾਂ। ਇਹਨਾਂ ਦਾ ਸਾਮਰਾਜ ਨੂੰ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ। ਪ੍ਰਾਂਤ ਦਾ ਪ੍ਰਬੰਧ ਸੈਨਾਪਤੀ ਦੁਆਰਾ ਚਲਾਇਆ ਜਾਂਦਾ ਸੀ। ਪ੍ਰਾਂਤਾਂ ਨੂੰ ਅੱਗੇ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਨੂੰ ਕਿ ਆਹਰਾਸ ਕਿਹਾ ਜਾਂਦਾ ਸੀ। ਜ਼ਿਲ੍ਹਿਆਂ ਨੂੰ ਇਹ ਕਹਿੰਦੇ ਸੀ ਆਹਰਾਸ। ਅਧਿਕਾਰੀਆਂ ਨੂੰ ਅਮਾਤਿਆ ਤੇ ਮਹਾਮਾਤਰ ਕਿਹਾ ਜਾਂਦਾ ਸੀ। ਪੇਂਡੂ ਇਲਾਕਿਆਂ ਦਾ ਰਾਜ ਪ੍ਰਬੰਧ ਗੋਲਮੀ ਕਾਸਟ ਦੁਆਰਾ ਚਲਾਇਆ ਜਾਂਦਾ ਸੀ। ਆਰਥਿਕ ਦਸ਼ਾ ਨਗਰਾਂ ਅਤੇ ਪਿੰਡਾਂ ਨੂੰ ਜੋੜਨ ਲਈ ਸੜਕਾਂ ਬਣਾਈਆਂ ਗਈਆਂ ਸੀ। ਅੰਦਰੂਨੀ ਅਤੇ ਵਿਦੇਸ਼ੀ ਵਪਾਰ ਨੂੰ ਪ੍ਰਫੁੱਲਿਤ ਕੀਤਾ। ਤਾਂਬਾ, ਸ਼ੀਸ਼ਾ, ਕੀਮਤੀ ਪੱਥਰ ਬਾਹਰਲੇ ਦੇਸ਼ਾਂ ਤੋਂ ਮੰਗਵਾਏ ਜਾਂਦੇ ਸੀ। ਵਿਦੇਸ਼ਾਂ ਵਿੱਚ ਭੇਜੀਆਂ ਜਾਣ ਵਾਲੀਆਂ ਵਸਤਾਂ ਦੇ ਮੁਕਾਬਲੇ ਸੋਨੇ ਅਤੇ ਚਾਂਦੀ ਦੇ ਸਿੱਕੇ ਭਾਰਤ ਵਿੱਚ ਲਿਆਂਦੇ ਜਾਂਦੇ ਸੀ। ਸਾਤਵਾਹਨ ਰਾਜੇ ਹਿੰਦੂ ਧਰਮ ਦੇ ਅਨੁਯਾਈ ਸਨ। ਵਿਸ਼ਨੂੰ ਅਤੇ ਸ਼ਿਵ ਦੇਵਤਿਆਂ ਦੀ ਵੀ ਪੂਜਾ ਕੀਤੀ ਜਾਂਦੀ ਸੀ। ਵਪਾਰੀ ਲੋਕ ਬੁੱਧ ਧਰਮ ਨੂੰ ਮੰਨਦੇ ਸੀ ਉਸ ਸਮੇਂ ਦੇ ਵਿੱਚ, ਜੇ ਸਾਤਵਾਹਨਾਂ ਦੀ ਆਪਾਂ ਗੱਲ ਕਰੀਏ। ਹਾਂਜੀ, ਅੱਗੇ ਆਪਾਂ ਪੜ੍ਹ ਲੈਂਦੇ ਕਲਾ ਅਤੇ ਭਵਨ ਨਿਰਮਾਣ ਕਲਾ ਬਾਰੇ ਕਿ ਸਾਤਵਾਹਨ ਵੰਸ਼ ਦੇ ਸਮੇਂ ਕਿਸ ਤਰ੍ਹਾਂ ਦੇ ਸਤੂਪ ਅਤੇ ਮੰਦਰ ਬਣਵਾਏ ਗਏ ਸੀ। ਪੱਥਰ ਕੱਟ ਭਵਨ ਨਿਰਮਾਣ ਕਲਾ ਤੇ ਗੁਫਾ ਮੰਦਰਾਂ ਨੂੰ ਸਰਪ੍ਰਸਤੀ ਦਿੱਤੀ। ਪੂਨੇ ਦੇ ਨੇੜੇ ਕਾਰਲੇ ਦਾ ਪੱਥਰ ਕੱਟ ਗੁਫਾ ਦੀ ਬਣਤਰ ਦਾ ਚੈਤਿਆ ਹਾਲ ਬਹੁਤ ਪ੍ਰਸਿੱਧ ਹੈ, ਮੋਸਟ ਇੰਪੋਰਟੈਂਟ। ਇਹ ਬੋਧੀ ਭਿਕਸ਼ੂਆਂ ਲਈ ਸਨ। ਸਾਤਵਾਹਨਾਂ ਨੇ ਬਹੁਤ ਸਾਰੇ ਸਤੂਪ ਵੀ ਬਣਵਾਏ। ਅਮਰਾਵਤੀ ਦਾ ਸਤੂਪ ਬਹੁਤ ਸੁੰਦਰਤਾ ਨਾਲ ਸਜਾਇਆ ਗਿਆ ਹੈ। ਇਸ ਵਿੱਚ ਬੁੱਧ ਦੇ ਜੀਵਨ ਦੀ ਸਾਰੀ ਕਹਾਣੀ ਨੂੰ ਦਰਸਾਉਂਦੀਆਂ ਤਸਵੀਰਾਂ ਬਣਾਈਆਂ ਗਈਆਂ ਨੇ, ਮੋਸਟ ਇੰਪੋਰਟੈਂਟ। ਅੱਗੇ ਆਪਾਂ ਪੜਾਂਗੇ ਜੀ ਦੱਖਣੀ ਭਾਰਤ ਬਾਰੇ ਪੜਾਂਗੇ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਪੜ੍ਹ ਲੈਂਦੇ ਹਾਂ ਚੋਲ ਰਾਜ ਬਾਰੇ। ਚੋਲ ਰਾਜ ਕਾਵੇਰੀ ਡੈਲਟਾ ਵਿੱਚ ਸਥਿਤ ਸੀ। ਰਾਜਧਾਨੀ ਹੈਗੀ ਸੀ ਇਹਨਾਂ ਦੀ ਉਰਯੂਰ, ਜਿਸ ਨੂੰ ਕਿ ਵਰਤਮਾਨ ਸਮੇਂ ਦੇ ਵਿੱਚ ਤ੍ਰਿਚਨਾਪਲੀ ਕਿਹਾ ਜਾਂਦਾ। ਚੋਲ ਰਾਜਾ ਕਾਰਿਕਲ ਨੇ ਗੁਆਂਢੀ ਚੇਰ ਅਤੇ ਪਾਂਡੇ ਰਾਜਾਂ ਉੱਤੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ ਸੀ। ਅੱਗੇ ਹੈਗੇ ਨੇ ਪਾਂਡਿਆ ਰਾਜ ਦੀ ਰਾਜਧਾਨੀ ਹੈਗੀ ਸੀ ਮਦੁਰਾ, ਮੋਸਟ ਇੰਪੋਰਟੈਂਟ। ਇਹ ਰਾਜ ਮੋਤੀਆਂ ਦੇ ਵਪਾਰ ਲਈ ਬਹੁਤ ਹੀ ਜ਼ਿਆਦਾ ਪ੍ਰਸਿੱਧ ਸੀ ਤੇ ਪ੍ਰਸਿੱਧ ਰਾਜਾ ਹੈਗਾ ਸੀ ਇਹਨਾਂ ਦਾ ਨੇਂਦੂਯੇਦਾਨ। ਹਾਂਜੀ, ਅੱਗੇ ਹੈਗਾ ਚੇਰ ਰਾਜ, ਜਿਹਨੂੰ ਕਿ ਕੇਰਲ ਪੁੱਤਰ ਕਿਹਾ ਜਾਂਦਾ। ਇਸ ਵਿੱਚ ਮਾਲਾਬਾਰ, ਕੋਚੀਨ ਅਤੇ ਵਰਤਮਾਨ ਟਰਾਵਨਕੌਰ ਸ਼ਾਮਿਲ ਸਨ। ਰਾਜਧਾਨੀ ਹੈਗੀ ਸੀ ਇਹਨਾਂ ਦੀ ਵੰਚੀ। ਪੀਰੂਨਾਰ, ਆਦਨ ਦੂਜਾ ਤੇ ਸੈਨਾ ਗੁੱਤੇ ਵਾਲੇ ਇਹਨਾਂ ਦੇ ਮਹਾਨ ਸ਼ਾਸਕ ਹੋਏ ਨੇ। ਚੇਰ ਰਾਜ ਦੇ ਰੋਮ ਅਤੇ ਮਿਸਰ ਨਾਲ ਪਹਿਲੀ ਸਦੀ ਈਸਵੀ ਤੋਂ ਹੀ ਸੰਬੰਧ ਸੀ ਜਿਹੜੇ ਉਹ ਸਥਾਪਿਤ ਹੋ ਗਏ ਸੀ, ਇਹ ਚੀਜ਼ ਮੰਨੀ ਜਾਂਦੀ ਆ।
ਵਪਾਰ ਦੇ ਵਿੱਚ ਆਪਾਂ ਦੇਖ ਲੈਂਦੇ ਹਾਂ ਕਿ ਵਪਾਰ ਕਿਸ ਤਰ੍ਹਾਂ ਦਾ ਸੀ ਉਸ ਸਮੇਂ ਦੇ ਵਿੱਚ। ਚੋਲ, ਚੇਰ, ਪਾਂਡੇ ਤਿੰਨੇ ਰਾਜ ਮਿਸਰ, ਅਰਬ, ਰੋਮ ਸਾਮਰਾਜ ਅਤੇ ਪੂਰਬ ਵੱਲ ਮਲਾਇਆ ਅਤੇ ਚੀਨ ਨਾਲ ਵਪਾਰ ਕਰਦੇ ਸੀ। ਟੋਡੀ, ਮੁਜਿਰਿਸ, ਕਾਵੇਰੀਪਟਨਮ, ਅਰੇਕਾਮੇਡੂ ਅਤੇ ਕਾਰਕਾਈ ਵਪਾਰਕ ਸੈਂਟਰਾਂ ਵਿੱਚੋਂ ਸਨ। ਕੀਮਤੀ ਪੱਥਰ, ਮਸਾਲੇ, ਹਾਥੀ ਦੰਦ, ਮੋਤੀ, ਸਿਲਕ, ਮਲਮਲ, ਸੂਤੀ ਕੱਪੜਾ ਬਾਹਰਲੇ ਦੇਸ਼ਾਂ ਵਿੱਚ ਭੇਜੇ ਜਾਂਦੇ ਸੀ ਤੇ ਰੋਮ ਦੇ ਦੇਸ਼ ਸ਼ੁੱਧ ਸੋਨੇ ਨਾਲ ਭਾਰਤ ਦੀਆਂ ਵਸਤੂਆਂ ਖਰੀਦਦੇ ਸੀ। ਹਾਂਜੀ, ਅਗਲਾ ਆਪਣਾ ਟੌਪਿਕ ਹੈਗਾ ਉੱਤਰੀ ਭਾਰਤ। ਸਿਕੰਦਰ ਨੇ 326 ਈਸਵੀ ਪੂਰਵ ਵਿੱਚ ਭਾਰਤ ਤੋਂ ਵਾਪਸ ਜਾਣ ਸਮੇਂ ਜਿੱਤੇ ਹੋਏ ਖੇਤਰਾਂ ਵਿੱਚ ਗਵਰਨਰ ਨਿਯੁਕਤ ਕਰ ਦਿੱਤੇ ਸੀ। ਇਹਨਾਂ ਨੂੰ ਇੰਡੋ ਗ੍ਰੀਕ ਨਾਮ ਨਾਲ ਜਾਣਿਆ ਜਾਂਦਾ ਹੈ। ਮੌਰੀਆ ਰਾਜ ਦੇ ਪਤਨ ਤੋਂ ਬਾਅਦ ਇਹਨਾਂ ਨੇ ਦੁਬਾਰਾ ਭਾਰਤ ਉੱਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਡਿਮਿਟਰੀਅਸ ਇਹਨਾਂ ਵਿੱਚੋਂ ਇੱਕ ਸੀ। ਇੱਕ ਹੋਰ ਪ੍ਰਸਿੱਧ ਯੂਨਾਨੀ ਰਾਜਾ ਸੀ ਮਿਨੇਂਦਰ, ਜਿਸ ਨੇ ਪੁਸ਼ਯਮਿੱਤਰ ਸ਼ੁੰਗ ਦੇ ਕਾਲ ਵਿੱਚ ਹਮਲਾ ਕੀਤਾ ਸੀ। ਆਪਾਂ ਪਿਛਲੀ ਕਲਾਸ ਦੇ ਵਿੱਚ ਪੜ੍ਹਿਆ ਸੀ। ਉਸਨੇ ਪੰਜਾਬ ਸਮੇਤ ਅੱਜ ਕੱਲ੍ਹ ਦਾ ਪਾਕਿਸਤਾਨ ਅਤੇ ਕਸ਼ਮੀਰ ਦੇ ਕੁਝ ਹਿੱਸਿਆਂ 'ਤੇ ਕਬਜ਼ਾ ਕਰ ਲਿਆ ਸੀ। ਮਿਲਿੰਦ ਦੀ ਰਾਜਧਾਨੀ ਹੈਗੀ ਸੀ ਸ਼ਾਕਲ, ਜਿਹਨੂੰ ਹੁਣ ਆਪਾਂ ਸਿਆਲਕੋਟ ਕਹਿੰਦੇ ਆ। ਮਿਨੇਂਦਰ ਨੂੰ ਮਿਲਿੰਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਬੁੱਧ ਸਾਹਿਤ ਵਿੱਚ ਇਹ ਸਮਰਾਟ ਮਿਲਿੰਦ ਦੇ ਨਾਮ ਨਾਲ ਪ੍ਰਸਿੱਧ ਹੈ। ਮਿਲਿੰਦ ਅਤੇ ਬੋਧੀ ਫਿਲਾਸਫਰ ਨਾਗਸੇਨ ਦੇ ਵਿੱਚ ਇੱਕ ਸੰਵਾਦ ਹੋਇਆ, ਜਿਸ ਨੂੰ ਕਿ ਮਿਲਿੰਦ ਪਾਨੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੋਸਟ ਇੰਪੋਰਟੈਂਟ। ਅੱਗੇ ਆਪਾਂ ਪੜ੍ਹ ਲੈਂਦੇ ਹਾਂ ਸ਼ਕ ਕਬੀਲੇ ਬਾਰੇ। ਇਹ ਮੱਧ ਏਸ਼ੀਆ ਤੋਂ ਆਈਆਂ ਜਾਤੀਆਂ ਵਿੱਚ ਸਿਥੀਅਨਜ਼ ਕਬੀਲਾ ਸੀ, ਜਿਨ੍ਹਾਂ ਨੂੰ ਸ਼ਕ ਕਿਹਾ ਜਾਂਦਾ ਹੈ। ਇਹ ਭਾਰਤ ਉੱਤੇ ਹਮਲਾ ਕਰਨ ਆਏ ਸੀ ਅਤੇ ਇੱਥੇ ਹੀ ਵਸ ਗਏ ਸੀ। ਪੱਛਮੀ ਭਾਰਤ ਦੇ ਗੁਜਰਾਤ ਅਤੇ ਮੱਧ ਪ੍ਰਦੇਸ਼ ਦਾ ਉਜੈਨ ਦਾ ਖੇਤਰ ਇਹਨਾਂ ਦੀ ਸ਼ਕਤੀ ਦਾ ਕੇਂਦਰ ਬਣ ਗਿਆ ਸੀ। ਰੁਦਰਦਾਮਨ ਪਹਿਲਾ ਇਹਨਾਂ ਦਾ ਪ੍ਰਸਿੱਧ ਰਾਜਾ ਸੀ, ਜਿਹਨੇ ਕਿ 200 ਈਸਵੀ ਦੇ ਵਿੱਚ ਰਾਜ ਕੀਤਾ ਸੀ। ਮਸ਼ਹੂਰ ਸ਼ਕ ਰਾਜਾ ਸੀ। ਚੌਥੀ ਸਦੀ ਦੇ ਅਖੀਰ ਵਿੱਚ ਗੁਪਤ ਸਮਰਾਟ ਚੰਦਰਗੁਪਤ ਦੂਜਾ, ਜਿਹਨੂੰ ਕਿ ਵਿਕਰਮਾਦਿੱਤਿਆ ਦੀ ਉਪਾਧੀ ਮਿਲੀ ਹੋਈ ਆ, ਚੰਦਰਗੁਪਤ ਦੂਜੇ ਨੇ ਸ਼ੱਕਾਂ ਨੂੰ ਜਿੱਤ ਕੇ ਉਹਨਾਂ ਦੇ ਸ਼ਾਸਨ ਦਾ ਅੰਤ ਕਰ ਦਿੱਤਾ ਸੀ। ਜੂਨਾਗੜ੍ਹ ਦੇ ਅਭਿਲੇਖ ਤੋਂ ਰੁਦਰਦਾਮਨ ਦੀਆਂ ਪ੍ਰਾਪਤੀਆਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਜੂਨਾਗੜ੍ਹ ਦਾ ਅਭਿਲੇਖ ਆ, ਉਸ ਤੋਂ ਆਪਾਂ ਨੂੰ ਰੁਦਰਦਾਮਨ ਬਾਰੇ ਪਤਾ ਲੱਗਦਾ। ਮੋਸਟ ਇੰਪੋਰਟੈਂਟ ਕੁਐਸਚਨ। ਅੱਗੇ ਹੈਗੇ ਨੇ ਪੱਲਵ, ਅੰਗਰੇਜ਼ੀ ਵਿੱਚ ਇਹਨਾਂ ਨੂੰ ਪਾਰਥੀਅਨ ਕਿਹਾ ਜਾਂਦਾ। ਇਹ ਕਬੀਲਾ ਸੀ ਜਿਹੜਾ ਉਹ ਈਰਾਨ ਤੋਂ ਭਾਰਤ ਵਿੱਚ ਆਇਆ ਸੀ, ਵਿਦੇਸ਼ੀ ਕਬੀਲਾ ਸੀ। ਗੋਡੋਫਰਨੀਜ਼ ਇਹਨਾਂ ਦਾ ਮਸ਼ਹੂਰ ਰਾਜਾ ਸੀ, ਜਿਸ ਨੇ ਬਹੁਤ ਸਾਰੇ ਤਾਂਬੇ ਦੇ ਸਿੱਕੇ ਜਾਰੀ ਕੀਤੇ ਸੀ। ਇਹ ਰਾਜ ਪੰਜਾਬ ਅਤੇ ਪੱਛਮੀ ਉੱਤਰ ਪ੍ਰਦੇਸ਼ ਤੱਕ ਹੀ ਫੈਲਿਆ ਸੀ। ਗੋਡੋਫਰਨੀਜ਼ ਦੀ ਮੌਤ ਤੋਂ ਬਾਅਦ ਪੱਲਵ ਰਾਜ ਦਾ ਅੰਤ ਹੋ ਗਿਆ ਸੀ। ਸਮੇਂ ਦੇ ਨਾਲ ਇਹ ਭਾਰਤੀ ਸਮਾਜ ਦਾ ਹਿੱਸਾ ਬਣ ਗਏ ਸੀ। ਜਿਹੜੇ ਪੱਲਵ ਸੀਗੇ ਉਹ ਵਿਦੇਸ਼ੀ ਕਬੀਲਾ ਸੀਗਾ ਜਿਹੜਾ ਭਾਰਤ ਦੇ ਵਿੱਚ ਆਇਆ ਸੀ, ਤੇ ਹੌਲੀ ਹੌਲੀ ਇਹ ਭਾਰਤ ਦਾ ਹੀ ਇੱਕ ਹਿੱਸਾ ਬਣ ਗਏ ਸੀ, ਭਾਰਤੀ ਸਮਾਜ ਦਾ। ਅੱਗੇ ਆਪਾਂ ਪੜ੍ਹ ਲੈਂਦੇ ਜੀ ਰੇਸ਼ਮ ਮਾਰਗ ਬਾਰੇ। ਰੇਸ਼ਮ ਬਣਾਉਣ ਦਾ ਆਵਿਸ਼ਕਾਰ ਸਭ ਤੋਂ ਪਹਿਲਾਂ ਚੀਨ ਵਿੱਚ ਕਰੀਬ 7000 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਜਦੋਂ ਚੀਨ ਤੋਂ ਲੋਕ ਦੂਰ ਦੂਰ ਦੇ ਸਥਾਨਾਂ 'ਤੇ ਜਾਂਦੇ ਸਨ ਤਾਂ ਆਪਣੇ ਨਾਲ ਰੇਸ਼ਮੀ ਕੱਪੜੇ ਵੀ ਲੈ ਜਾਂਦੇ ਸੀ। ਮੋਸਟ ਇੰਪੋਰਟੈਂਟ ਕੁਐਸਚਨ ਹੈ ਵੀ ਸਭ ਤੋਂ ਪਹਿਲਾਂ ਰੇਸ਼ਮ ਦਾ ਜਿਹੜਾ ਆਵਿਸ਼ਕਾਰ ਸੀ ਸਭ ਤੋਂ ਪਹਿਲਾਂ ਚੀਨ ਦੇ ਵਿੱਚ ਹੋਇਆ ਸੀ। 7000 ਸਾਲ ਪਹਿਲਾਂ ਦੀ ਗੱਲ ਆ ਇਹ। ਜਿਸ ਰਸਤੇ ਤੋਂ ਇਹ ਲੋਕ ਜਾਂਦੇ ਸਨ ਉਹ ਰੇਸ਼ਮ ਮਾਰਗ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ। ਕਦੇ ਕਦੇ ਚੀਨ ਦੇ ਸ਼ਾਸਕ ਈਰਾਨ ਅਤੇ ਪੱਛਮੀ ਏਸ਼ੀਆ ਦੇ ਸ਼ਾਸਕਾਂ ਨੂੰ ਉਪਹਾਰ ਦੇ ਤੌਰ 'ਤੇ ਰੇਸ਼ਮੀ ਕੱਪੜੇ ਭੇਜਦੇ ਸੀ। ਇੱਥੋਂ ਫਿਰ ਰੇਸ਼ਮ ਦੇ ਬਾਰੇ ਵਿੱਚ ਜਾਣਕਾਰੀ ਹੋਰ ਜ਼ਿਆਦਾ ਫੈਲ ਗਈ ਸੀ। ਸਿਲਕ ਰੂਟ 'ਤੇ ਨਿਯੰਤਰਣ ਰੱਖਣ ਵਾਲਿਆਂ ਵਿੱਚ ਕੁਸ਼ਾਨ ਸਭ ਤੋਂ ਪ੍ਰਸਿੱਧ ਸਨ। ਮੋਸਟ ਇੰਪੋਰਟੈਂਟ ਕੁਐਸਚਨ ਆ ਇਹ। ਹਾਂਜੀ, ਅੱਗੇ ਆਪਾਂ ਪੜ੍ਹ ਲੈਂਦੇ ਹਾਂ ਕੁਸ਼ਾਨਾਂ ਬਾਰੇ। ਮੱਧ ਏਸ਼ੀਆ ਤੋਂ ਆਇਆ ਇਹ ਕਬੀਲਾ ਸਭ ਤੋਂ ਮਹੱਤਵਪੂਰਨ ਸੀ। ਚੀਨ ਦੀ ਸਰਹੱਦ ਉੱਤੇ ਰਹਿਣ ਵਾਲੇ ਸੀਗੇ ਇਹ। 100 ਈਸਵੀ ਪੂਰਵ ਵਿੱਚ ਅਫਗਾਨਿਸਤਾਨ ਪਹੁੰਚ ਗਏ। ਪੇਸ਼ਾਵਰ ਅਤੇ ਮਥੁਰਾ ਇਹਨਾਂ ਦੇ ਦੋ ਮਹੱਤਵਪੂਰਨ ਕੇਂਦਰ ਸਨ। ਤਕਸ਼ਿਲਾ ਵੀ ਇਹਨਾਂ ਦੇ ਹੀ ਰਾਜ ਦਾ ਹਿੱਸਾ ਸੀ। ਰਾਜਾ ਕੁਜੂਲ ਕੈਡਫਿਸ਼ਸ ਨੇ ਪੰਜਾਬ 'ਤੇ ਅਧਿਕਾਰ ਕਰ ਲਿਆ। ਇਹ ਪਹਿਲਾ ਰਾਜਾ ਸੀ ਇਹਨਾਂ ਦਾ। ਇਸ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਹੈਗਾ ਸੀ ਕਨਿਸ਼ਕ। ਮੋਸਟ ਇੰਪੋਰਟੈਂਟ। ਸ਼ਕ ਸੰਮਤ ਕਨਿਸ਼ਕ ਦੁਆਰਾ 78 ਈਸਵੀ ਵਿੱਚ ਸ਼ੁਰੂ ਕੀਤਾ ਗਿਆ ਸੀ। ਮੋਸਟ ਇੰਪੋਰਟੈਂਟ ਕੁਐਸਚਨ ਆ। ਕਨਿਸ਼ਕ ਨੇ 78 ਤੋਂ 102 ਈਸਵੀ ਤੱਕ ਰਾਜ ਕੀਤਾ। ਉਹ ਇੱਕ ਮਹਾਨ ਜੇਤੂ ਸੀ। ਉਸਦਾ ਰਾਜ ਬਿਹਾਰ ਤੱਕ ਫੈਲਿਆ ਹੋਇਆ ਸੀ। ਉਸਦੇ ਰਾਜ ਵਿੱਚ ਮੱਧ ਭਾਰਤ, ਗੁਜਰਾਤ, ਸਿੰਧ, ਪੰਜਾਬ, ਅਫਗਾਨਿਸਤਾਨ ਅਤੇ ਬਲਖ ਸ਼ਾਮਿਲ ਸਨ। ਕਨਿਸ਼ਕ ਨੇ ਚੀਨੀ ਸੈਨਾਪਤੀ ਪਾਨ ਚਾਓ ਨਾਲ ਵੀ ਯੁੱਧ ਕੀਤਾ ਸੀ। ਅਸ਼ੋਕ ਦੀ ਤਰ੍ਹਾਂ ਕਨਿਸ਼ਕ ਵੀ ਬੁੱਧ ਧਰਮ ਨੂੰ ਮੰਨਦਾ ਸੀ। ਕਨਿਸ਼ਕ ਦੇ ਸਮੇਂ ਕਸ਼ਮੀਰ ਵਿੱਚ ਚੌਥੀ ਬੌਧ ਸਭਾ ਬੁਲਾਈ ਗਈ ਸੀ। ਮੋਸਟ ਇੰਪੋਰਟੈਂਟ ਕੁਐਸਚਨ। ਬਹੁਤ ਸਾਰੇ ਬੌਧ ਸਤੂਪ ਅਤੇ ਵਿਹਾਰ ਵੀ ਬਣਵਾਏ ਸੀ ਕਨਿਸ਼ਕ ਨੇ।
ਅਸ਼ਵ ਘੋਸ਼ ਅਤੇ ਕਈ ਹੋਰ ਬੌਧ ਵਿਦਵਾਨ ਉਸ ਦੇ ਦਰਬਾਰ ਵਿੱਚ ਰਹਿੰਦੇ ਸੀ। ਅਸ਼ਵ ਘੋਸ਼ ਨੇ ਬੁੱਧ ਚਰਿਤ ਦੀ ਰਚਨਾ ਕੀਤੀ। ਗੰਧਾਰ ਦਾ ਖੇਤਰ ਬੌਧ ਕਲਾ ਲਈ ਪ੍ਰਸਿੱਧ ਸੀ। ਯੂਨਾਨੀ ਅਤੇ ਭਾਰਤੀ ਮਿਲੀ ਜੁਲੀ ਇਸ ਕਲਾ ਨੂੰ ਗੰਧਾਰ ਕਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੋਸਟ ਇੰਪੋਰਟੈਂਟ, ਕਨਿਸ਼ਕ ਦੇ ਸਮੇਂ ਬੁੱਧ ਧਰਮ ਦੀ ਇੱਕ ਨਵੀਂ ਸ਼ਾਖਾ ਮਹਾਯਾਨ ਦਾ ਵਿਕਾਸ ਹੋਇਆ। ਕਨਿਸ਼ਕ ਦੇ ਸਮੇਂ ਬੁੱਧ ਦੀ ਮੂਰਤੀ ਪੂਜਾ ਸ਼ੁਰੂ ਹੋ ਗਈ ਸੀ। ਮਹਾਯਾਨ ਦੇ ਜਿਹੜੇ ਅਨੁਯਾਈ ਸੀ ਉਹ ਮਹਾਤਮਾ ਬੁੱਧ ਦੀ ਮੂਰਤੀ ਪੂਜਾ ਦੇ ਵਿੱਚ ਵਿਸ਼ਵਾਸ ਕਰਦੇ ਸੀ, ਮੂਰਤੀ ਬਣਾਉਂਦੇ ਸੀ ਮਹਾਤਮਾ ਬੁੱਧ ਦੀ, ਉਸ ਦੀ ਪੂਜਾ ਕਰਦੇ ਸੀ। ਦੂਜਾ ਪਰਿਵਰਤਨ ਸੀ ਜਿਹੜਾ ਉਹ ਬੋਧਿਸਤਵ ਵਿੱਚ ਆਸਥਾ ਨੂੰ ਲੈ ਕੇ ਆਇਆ। ਬੋਧਿਸਤਵ ਉਹਨਾਂ ਨੂੰ ਕਹਿੰਦੇ ਹਨ ਜੋ ਗਿਆਨ ਪ੍ਰਾਪਤੀ ਤੋਂ ਬਾਅਦ ਇਕਾਂਤਵਾਸ ਕਰਦੇ ਹੋਏ ਧਿਆਨ ਸਾਧਨਾ ਕਰ ਸਕਦੇ ਹਨ। ਭਾਰਤ ਵਿੱਚ ਸਭ ਤੋਂ ਪਹਿਲਾਂ ਸੋਨੇ ਦੇ ਸਿੱਕੇ ਜਾਰੀ ਕਰਨ ਵਾਲੇ ਕੁਸ਼ਾਨ ਹੀ ਸੀ। ਬਹੁਤ ਸਾਰੇ ਸੋਨੇ ਅਤੇ ਤਾਂਬੇ ਦੇ ਸਿੱਕੇ ਜਾਰੀ ਕੀਤੇ ਸੀ ਕੁਸ਼ਾਨਾਂ ਨੇ। ਕਨਿਸ਼ਕ ਦੇ ਬਾਅਦ ਵਸ਼ਿਸ਼ਕ, ਹੁਵਿਸ਼ਕ, ਵਾਸੁਦੇਵ ਆਦਿ ਕੁਸ਼ਾਨ ਰਾਜਿਆਂ ਨੇ ਰਾਜ ਕੀਤਾ ਤੇ ਤੀਜੀ ਈਸਵੀ ਵਿੱਚ ਕੁਸ਼ਾਨ ਰਾਜ ਦਾ ਅੰਤ ਹੋ ਗਿਆ ਸੀ। ਅੱਗੇ ਆਪਾਂ ਪੜ੍ਹ ਲੈਣੇ ਤੀਰਥ ਯਾਤਰੀਆਂ ਬਾਰੇ ਕਿ ਕਿਹੜੇ-ਕਿਹੜੇ ਤੀਰਥ ਯਾਤਰੀ ਸੀ ਜਿਨ੍ਹਾਂ ਨੇ ਭਾਰਤ ਦੀ ਯਾਤਰਾ ਕੀਤੀ ਸੀ ਤੇ ਉਹਨਾਂ ਦਾ ਕੀ ਮਕਸਦ ਸੀ ਭਾਰਤ ਦੀ ਯਾਤਰਾ ਕਰਨ ਦਾ। ਇੱਕ ਚੀਨੀ ਬੌਧ ਤੀਰਥ ਯਾਤਰੀ ਫਾਹਿਆਨ ਕਾਫੀ ਜ਼ਿਆਦਾ ਪ੍ਰਸਿੱਧ ਹੈ। ਲਗਭਗ 1600 ਸਾਲ ਪਹਿਲਾਂ ਫਾਹਿਆਨ ਭਾਰਤ ਦੇ ਵਿੱਚ ਆਇਆ ਸੀ। ਹਿਊਨ-ਸਾਂਗ 1400 ਸਾਲ ਪਹਿਲਾਂ ਭਾਰਤ ਆਇਆ ਸੀ ਤੇ ਉਸ ਤੋਂ ਕਰੀਬ 50 ਸਾਲ ਬਾਅਦ ਇਤ ਸਿੰਘ ਆਇਆ ਸੀ ਭਾਰਤ ਦੀ ਯਾਤਰਾ ਤੇ। ਇਹ ਸਭ ਮਹਾਤਮਾ ਬੁੱਧ ਦੇ ਜੀਵਨ ਨਾਲ ਜੁੜੇ ਸਥਾਨ ਅਤੇ ਪ੍ਰਸਿੱਧ ਮੱਠਾਂ ਨੂੰ ਦੇਖਣ ਲਈ ਭਾਰਤ ਵਿੱਚ ਆਏ ਸੀ। ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ ਜਿੰਨੇ ਵੀ ਇਹ ਤੀਰਥ ਯਾਤਰੀ ਭਾਰਤ ਦੇ ਵਿੱਚ ਆਏ ਸੀ ਇਹਨਾਂ ਦਾ ਮਕਸਦ ਸੀਗਾ ਮਹਾਤਮਾ ਬੁੱਧ ਦੇ ਜੀਵਨ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰਨੀ, ਪ੍ਰਸਿੱਧ ਮੱਠਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ। ਇਸੇ ਲਈ ਇਹਨਾਂ ਨੇ ਭਾਰਤ ਦੀ ਯਾਤਰਾ ਕੀਤੀ ਸੀ। ਉਹਨਾਂ ਨੇ ਜੋ ਕੁਝ ਵੀ ਦੇਖਿਆ ਉਸ ਬਾਰੇ ਵਿੱਚ ਲਿਖਿਆ, ਕਿਤਾਬਾਂ ਬਾਰੇ ਵੀ ਲਿਖਿਆ ਜੋ ਉਹ ਆਪਣੇ ਨਾਲ ਲੈ ਗਏ ਸਨ। ਹਿਊਨ-ਸਾਂਗ ਉੱਤਰ ਪੱਛਮ ਅਤੇ ਮੱਧ ਏਸ਼ੀਆ ਹੁੰਦੇ ਹੋਏ ਚੀਨ ਵਾਪਸ ਗਿਆ। ਉਸਨੇ ਮਹਾਤਮਾ ਬੁੱਧ ਦੀਆਂ ਮੂਰਤੀਆਂ ਅਤੇ ਪਾਂਡੂਲਿਪੀਆਂ ਇਕੱਤਰ ਕੀਤੀਆਂ ਸੀ। ਪਾਂਡੂਲਿਪੀਆਂ ਦਾ ਸੰਸਕ੍ਰਿਤ ਤੋਂ ਚੀਨੀ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ ਹਿਊਨ-ਸਾਂਗ ਨੇ। ਇਹ ਜਿਹੜੇ ਤੀਰਥ ਯਾਤਰੀ ਭਾਰਤ ਦੇ ਵਿੱਚ ਆਏ ਸੀ ਉਹ ਆਏ ਸੀ ਬੁੱਧ ਧਰਮ ਬਾਰੇ ਜਾਣਕਾਰੀ ਹਾਸਿਲ ਕਰਨ। ਬੁੱਧ ਧਰਮ ਨਾਲ ਜੁੜੇ ਜਿਹੜੇ ਵੀ ਸਥਾਨ ਨੇ ਉਹਨਾਂ ਬਾਰੇ ਇਹਨਾਂ ਨੇ ਜਾਣਕਾਰੀ ਪ੍ਰਾਪਤ ਕੀਤੀ ਤੇ ਇਹ ਰਾਜਿਆਂ ਦੇ ਦਰਬਾਰਾਂ ਵਿੱਚ ਵੀ ਗਏ ਸੀ ਜਿਹੜੇ ਭਾਰਤੀ ਰਾਜੇ ਸੀਗੇ ਤੇ ਉਹਨਾਂ ਰਾਜਿਆਂ ਬਾਰੇ ਵੀ ਇਹਨਾਂ ਨੇ ਕਾਫੀ ਕੁਝ ਲਿਖਿਆ, ਵਰਣਨ ਕੀਤਾ ਆਪਣੀਆਂ ਕਿਤਾਬਾਂ ਦੇ ਵਿੱਚ। ਇਹ ਕਿਹੜੇ-ਕਿਹੜੇ ਰਾਜਿਆਂ ਦੇ ਦਰਬਾਰ ਵਿੱਚ ਗਏ ਸੀ ਉਹ ਆਪਾਂ ਪੜਾਂਗੇ ਆਪਣੀ ਅਗਲੀ ਕਲਾਸ ਦੇ ਵਿੱਚ। ਹਾਂਜੀ, ਆਪਣਾ ਅਗਲਾ ਇੰਪੋਰਟੈਂਟ ਟੌਪਿਕ ਹੈਗਾ ਨਾਲੰਦਾ ਵਿਸ਼ਵ ਵਿਦਿਆਲਿਆ। ਹਿਊਨ-ਸਾਂਗ ਅਤੇ ਹੋਰ ਤੀਰਥ ਯਾਤਰੀਆਂ ਨੇ ਉਸ ਸਮੇਂ ਦੇ ਸਭ ਤੋਂ ਪ੍ਰਸਿੱਧ ਬੌਧ ਵਿਦਿਆ ਕੇਂਦਰ ਨਾਲੰਦਾ ਤੋਂ ਸਿੱਖਿਆ ਪ੍ਰਾਪਤ ਕੀਤੀ। ਇੱਥੋਂ ਦੇ ਸਿੱਖਿਅਕ ਯੋਗਤਾ ਅਤੇ ਬੁੱਧੀ ਵਿੱਚ ਬਹੁਤ ਹੀ ਜ਼ਿਆਦਾ ਅੱਗੇ ਸਨ। ਮਹਾਤਮਾ ਬੁੱਧ ਦੇ ਉਪਦੇਸ਼ਾਂ ਦਾ ਇਮਾਨਦਾਰੀ ਨਾਲ ਪਾਲਣ ਕਰਦੇ ਸੀ। ਜਿਹੜੇ ਵੀ ਇੱਥੇ ਸਿੱਖਿਅਕ ਰਹਿੰਦੇ ਸੀ ਉਹਨਾਂ ਦੇ ਨਿਯਮਾਂ ਮੁਤਾਬਕ ਚੱਲਦੇ ਸੀ। ਉਹ ਪੂਰੇ ਦਿਨ ਵਾਦ ਵਿਵਾਦ ਚੱਲਦੇ ਰਹਿੰਦੇ ਸੀ। ਵਿਦਵਾਨ ਲੋਕ ਆਪਣੀਆਂ ਸ਼ੰਕਾਵਾਂ ਨੂੰ ਦੂਰ ਕਰਨ ਇੱਥੇ ਆਉਂਦੇ ਸਨ। ਜਿਹੜੇ ਦਵਾਰਪਾਲ ਹੁੰਦੇ ਨੇ ਉਹਨਾਂ ਦੇ ਪ੍ਰਸ਼ਨਾਂ ਦਾ ਸਹੀ ਉੱਤਰ ਦੇਣ ਵਾਲਿਆਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ ਕਿ ਜਿਹੜੇ ਪ੍ਰਸ਼ਨਾਂ ਦਾ ਸਹੀ ਉੱਤਰ ਦੇਣਗੇ ਉਹਨਾਂ ਨੂੰ ਹੀ ਅੰਦਰ ਨਾਲੰਦਾ ਵਿਸ਼ਵ ਵਿਦਿਆਲਿਆ ਦੇ ਅੰਦਰ ਜਾਣ ਦੀ ਆਗਿਆ ਸੀ। ਹਾਂਜੀ, ਅੱਗੇ ਆਪਾਂ ਪੜ੍ਹ ਲੈਂਦੇ ਹਾਂ ਭਗਤੀ ਦੀ ਸ਼ੁਰੂਆਤ ਬਾਰੇ। ਦੇਵੀ ਦੇਵਤਿਆਂ ਦੀ ਪੂਜਾ ਦਾ ਚੱਲਣ ਸ਼ੁਰੂ ਹੋ ਗਿਆ ਸੀ। ਬਾਅਦ ਵਿੱਚ ਇਹ ਹਿੰਦੂ ਧਰਮ ਦੀ ਪਹਿਚਾਣ ਬਣ ਗਈ। ਇਹਨਾਂ ਵਿੱਚ ਸ਼ਿਵ, ਵਿਸ਼ਨੂੰ ਅਤੇ ਦੁਰਗਾ ਆਦਿ ਦੇਵੀ ਦੇਵਤੇ ਸ਼ਾਮਿਲ ਸਨ। ਵੈਦਿਕ ਦੇਵਤਿਆਂ ਦੀ ਪੂਜਾ ਬੁੱਧ ਮਤ ਅਤੇ ਜੈਨ ਮਤ ਦੇ ਸਿਧਾਂਤ ਦੱਖਣੀ ਲੋਕਾਂ ਵਿੱਚ ਮਸ਼ਹੂਰ ਸਨ। ਉੱਤਰ ਦਿਸ਼ਾ ਵਿੱਚ ਕਾਰਤਿਕ ਦੇ ਨਾਂ ਨਾਲ ਜਾਣਿਆ ਮੋਰਗਨ ਦੱਖਣ ਵਿੱਚ ਇੱਕ ਪ੍ਰਸਿੱਧ ਦੇਵਤਾ ਸੀ। ਸਮੁੰਦਰੀ ਦੇਵਤਿਆਂ ਦੀ ਪੂਜਾ ਵੀ ਕੀਤੀ ਜਾਂਦੀ ਸੀ। ਕਿਸੇ ਦੇਵੀ ਦੇਵਤਾ ਦੇ ਪ੍ਰਤੀ ਸ਼ਰਧਾ ਨੂੰ ਹੀ ਭਗਤੀ ਕਿਹਾ ਜਾਂਦਾ। ਭਗਤੀ ਮਾਰਗ ਦੀ ਚਰਚਾ ਹਿੰਦੂਆਂ ਦੇ ਪਵਿੱਤਰ ਗ੍ਰੰਥ ਭਗਵਦ ਗੀਤਾ ਵਿੱਚ ਕੀਤੀ ਗਈ ਹੈ। ਭਗਵਦ ਗੀਤਾ ਮਹਾਭਾਰਤ ਦਾ ਹਿੱਸਾ ਹੈ। ਭਗਤੀ ਸ਼ਬਦ ਭਜ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਵਿਭਾਜਿਤ ਕਰਨਾ ਜਾਂ ਹਿੱਸੇਦਾਰੀ। ਇਸ ਤੋਂ ਭਾਵ ਹੈ ਕਿ ਭਗਤੀ ਭਗਵਾਨ ਅਤੇ ਭਗਤ ਦੇ ਵਿੱਚ ਇੱਕ ਪਰਸਪਰ ਅੰਤਰੰਗ ਸੰਬੰਧ ਹੈ। ਭਗਵਤ ਦਾ ਇੱਕ ਅਰਥ ਇਹ ਵੀ ਹੈ ਕਿ ਆਪਣੇ ਸੁੱਖ ਨੂੰ ਭਗਤਾਂ ਦੇ ਨਾਲ ਵੰਡਣਾ, ਭਾਵ ਭਗਤ ਜਾਂ ਭਾਗਵਤ ਆਪਣੇ ਦੇਵੀ ਦੇਵਤਾ ਦੇ ਭਗ ਦਾ ਹਿੱਸੇਦਾਰ ਹੈ। ਵਿਸ਼ਨੂੰ ਦੇ ਵਰਾਹ ਅਵਤਾਰ ਦੀ ਮੂਰਤੀ ਏਰਨ ਮੱਧ ਪ੍ਰਦੇਸ਼ ਤੋਂ ਪ੍ਰਾਪਤ ਹੋਈ ਹੈ। ਦੇਖੋ NCERT ਦੀ ਬੁੱਕ ਤੇ ਏਰਨ ਮੱਧ ਪ੍ਰਦੇਸ਼ ਲਿਖਿਆ ਹੋਇਆ, ਪਰ ਪੰਜਾਬ ਬੋਰਡ ਦੀ ਬੁੱਕ ਤੇ ਲਿਖਿਆ ਹੋਇਆ ਉਦੈਗਿਰੀ ਮੱਧ ਪ੍ਰਦੇਸ਼। ਇਸ ਲਈ ਤੁਸੀਂ ਏਰਨ ਤੇ ਉਦੈਗਿਰੀ ਦੋਨਾਂ ਨੂੰ ਹੀ ਯਾਦ ਰੱਖ ਲਿਓ। ਪੁਰਾਣਾਂ ਦੇ ਅਨੁਸਾਰ ਜਲ ਦੇ ਵਿੱਚ ਡੁੱਬੀ ਪ੍ਰਿਥਵੀ ਨੂੰ ਬਚਾਉਣ ਲਈ ਵਿਸ਼ਨੂੰ ਨੇ ਵਰਾਹ ਰੂਪ ਧਾਰਨ ਕੀਤਾ ਸੀ। ਹਾਂਜੀ, ਅੱਗੇ ਆਪਾਂ ਪੜ੍ਹ ਲੈਂਦੇ ਹਾਂ ਹਿੰਦੂ ਸ਼ਬਦ ਬਾਰੇ।
ਹਿੰਦੂ ਸ਼ਬਦ ਇੰਡੀਆ ਸ਼ਬਦ ਦੀ ਤਰ੍ਹਾਂ ਸਿੰਧੂ ਜਾਂ ਇੰਡਸ ਤੋਂ ਨਿਕਲਿਆ। ਇਹ ਸ਼ਬਦ ਅਰਬਾਂ ਅਤੇ ਈਰਾਨੀਆਂ ਦੁਆਰਾ ਉਹਨਾਂ ਲੋਕਾਂ ਦੇ ਲਈ ਉਪਯੋਗ ਕੀਤਾ ਗਿਆ ਜੋ ਕਿ ਸਿੰਧੂ ਨਦੀ ਦੇ ਪੂਰਬ ਵਿੱਚ ਰਹਿੰਦੇ ਸੀ। ਉਹਨਾਂ ਲੋਕਾਂ ਨੂੰ ਅਰਬ ਤੇ ਈਰਾਨੀ ਹਿੰਦੂ ਕਹਿੰਦੇ ਸੀ। ਇਹ ਸ਼ਬਦ ਉਹਨਾਂ ਦੇ ਧਾਰਮਿਕ ਵਿਸ਼ਵਾਸ ਅਤੇ ਸੰਸਕ੍ਰਿਤਿਕ ਪਰੰਪਰਾਵਾਂ ਦੇ ਲਈ ਪ੍ਰਯੋਗ ਹੁੰਦਾ ਹੈ। ਇੰਪੋਰਟੈਂਟ ਕੁਐਸਚਨ ਹੈ ਵੀ। ਹਾਂਜੀ, ਅਗਲਾ ਆਪਣਾ ਟੌਪਿਕ ਹੈਗਾ ਈਸਾਈ ਮਤ। 100 ਈਸਵੀ ਵਿੱਚ ਪੱਛਮੀ ਏਸ਼ੀਆ ਵਿੱਚ ਇੱਕ ਨਵਾਂ ਧਰਮ ਈਸਾਈ ਮਤ ਉਤਪੰਨ ਹੋਇਆ। ਮੋਸਟ ਇੰਪੋਰਟੈਂਟ, ਜੋ ਕਿ ਭਾਰਤ ਵਿੱਚ ਲਿਆਂਦਾ ਗਿਆ। ਇਸ ਦਾ ਧਰਮ ਉਪਦੇਸ਼ ਈਸਾ ਮਸੀਹ ਦੁਆਰਾ ਦਿੱਤਾ ਗਿਆ ਸੀ। ਇਹ ਮੁੱਢਲੇ ਯਹੂਦੀ ਧਰਮ ਤੇ ਆਧਾਰਿਤ ਸੀ ਜਿਹੜਾ ਸਿਰਫ ਇੱਕ ਪਰਮਾਤਮਾ ਦੀ ਪੂਜਾ ਕਰਨ ਦੀ ਸਿੱਖਿਆ ਦਿੰਦਾ ਸੀ। ਈਸਾਈ ਧਰਮ ਦਾ ਸਾਰੇ ਯੂਰਪ ਵਿੱਚ ਬਹੁਤ ਸਾਰੇ ਰੂਪਾਂ ਵਿੱਚ ਪ੍ਰਸਾਰ ਹੋਇਆ ਸੀ, ਜਿੱਥੇ ਕਿ ਇਹ ਇੱਕ ਬਹੁਤ ਹੀ ਪ੍ਰਸਿੱਧ ਧਰਮ ਬਣ ਗਿਆ ਸੀ। ਭਾਰਤ ਵਿੱਚ ਈਸਾਈ ਧਰਮ ਦਾ ਪ੍ਰਸਾਰ ਸਭ ਤੋਂ ਪਹਿਲਾਂ ਮਾਲਾਬਾਰ ਤੱਟ ਅਤੇ ਚੇਨਈ ਦੇ ਲੋਕਾਂ ਵਿੱਚ ਹੋਇਆ ਸੀ। ਸ਼ਿਲਾਲੇਖ ਪ੍ਰਮਾਣ ਤੋਂ ਪਤਾ ਚੱਲਦਾ ਹੈ ਕਿ 700 ਈਸਵੀ ਤੋਂ ਕੇਰਲਾ ਵਿੱਚ ਈਸਾਈ ਭਾਰਤੀ ਭਾਈਚਾਰੇ ਰਹਿੰਦੇ ਸਨ। ਇਹ ਸੀ ਅੱਜ ਦਾ ਆਪਣਾ ਲਾਸਟ ਟੌਪਿਕ। ਹਾਂਜੀ, ਇਹ ਸੀ ਸਾਡੀ ਅੱਜ ਦੀ ਕਲਾਸ, ਜਿਹਦੇ ਵਿੱਚ ਆਪਾਂ ਨੇ ਪੜ੍ਹਿਆ ਭਾਰਤ ਦਾ 200 ਈਸਵੀ ਪੂਰਵ ਤੋਂ 300 ਈਸਵੀ ਤੱਕ ਦਾ ਸਮਾਂ, ਕਿ ਉਸ ਸਮੇਂ ਪਿੰਡਾਂ ਤੇ ਨਗਰਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ। ਲੋਹੇ ਦੇ ਪ੍ਰਯੋਗ ਬਾਰੇ ਆਪਾਂ ਨੇ ਪੜ੍ਹਿਆ ਕਿ 200 ਈਸਵੀ ਪੂਰਵ ਤੋਂ ਪੂਰੇ ਭਾਰਤ ਵਿੱਚ ਲੋਹੇ ਦਾ ਪ੍ਰਯੋਗ ਸ਼ੁਰੂ ਹੋ ਗਿਆ ਸੀ। ਦੱਖਣੀ ਭਾਰਤ ਤੇ ਉੱਤਰੀ ਭਾਰਤ ਵਿੱਚ ਕਿਹੜੇ-ਕਿਹੜੇ ਰਾਜੇ ਰਾਜ ਕਰਦੇ ਸੀ ਉਹਨਾਂ ਬਾਰੇ ਆਪਾਂ ਪੜ੍ਹ ਚੁੱਕੇ ਹਾਂ। ਤੇ ਤੀਰਥ ਯਾਤਰੀਆਂ ਬਾਰੇ ਪੜ੍ਹਿਆ ਕਿ ਕਿਹੜੇ-ਕਿਹੜੇ ਤੀਰਥ ਯਾਤਰੀ ਭਾਰਤ ਦੇ ਵਿੱਚ ਆਏ ਸੀ ਤੇ ਉਹਨਾਂ ਦਾ ਮਕਸਦ ਕੀ ਸੀ ਭਾਰਤ ਵਿੱਚ ਆਉਣ ਦਾ। ਤੇ ਅਗਲੀ ਕਲਾਸ ਦੇ ਵਿੱਚ ਉਹਨਾਂ ਬਾਰੇ ਆਪਾਂ ਹੋਰ ਡਿਟੇਲ ਦੇ ਵਿੱਚ ਪੜ੍ਹਾਂਗੇ। ਤੇ ਇੱਥੋਂ ਤੱਕ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।